अस्सलाम वालेकुम। प्रोग्राम हरियाली ਦੇ ਨਾਲ ਡਾਕਟਰ ਮਹਿਮੂਦ ਕੁਰੈਸ਼ੀ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਵਿੱਚ ਪ੍ਰੋਟੀਨ ਦੀ ਕਮੀ ਹੈ ਔਰ ਇਹ ਕਮੀ ਅਸੀਂ ਦੁੱਧ, ਗੋਸ਼ਤ, ਅੰਡਿਆਂ ਤੋਂ ਪੂਰੀ ਕਰਨੇ ਆ ਤੇ ਮੱਛਲੀ ਵੀ ਆਪਣਾ ਬਿਹਤਰੀਨ ਕਿਰਦਾਰ ਅਦਾ ਕਰਦੀ ਹੈ। ਮੱਛਲੀ ਜਿਹੜੀ ਹੈ ਇਹ ਇੱਕ ਐਸੀ ਖੁਰਾਕ ਹੈ ਜਿਹਦੇ ਇਸਤੇਮਾਲ ਦੇ ਨਾਲ ਨਾ ਸਿਰਫ ਸਾਡੇ ਜਿਸਮ ਨੂੰ ਤਵਾਨਾਈ ਮਿਲਦੀ ਹੈ ਬਲਕਿ ਅਸੀਂ ਬਹੁਤ ਸਾਰੀ ਬਿਮਾਰੀਆਂ ਤੋਂ ਵੀ ਮਹਿਫੂਜ਼ ਰਹਿੰਦੇ ਆ ਔਰ ਇੱਕ ਸਸਤਾ ਜ਼ਰੀਆ ਹੈ। ਅਗਰ ਦੇਖਿਆ ਜਾਏ ਤੇ ਮਟਨ ਹੈ, ਬੀਫ ਹੈ ਜਾਂ ਮੁਰਗੀ ਹੈ, ਇਹ ਸਾਰਿਆਂ ਕੋਲੋਂ ਸਸਤੀ ਹੈ ਤੇ ਖੁਸ਼ਾਇਨ ਗੱਲ ਹੈ ਵੇ ਕਿ ਸਾਡੇ ਮੁਲਕ ਦੇ ਵਿੱਚ ਤਕਰੀਬਨ 2-3 ਦਹਾਈਆਂ ਤੋਂ ਇਹਦੀ ਜਿਹੜੀ ਫਾਰਮਿੰਗ ਹੈ ਇਹ ਸ਼ੁਰੂ ਹੋ ਚੁੱਕੀ ਹੈ ਤੇ ਲੋਕ ਆਪਣੇ ਫਿਸ਼ ਫਾਰਮ ਬਣਾ ਕੇ ਤੇ ਨਾ ਸਿਰਫ ਖੁਦ ਪੈਸੇ ਕਮਾ ਰਹੇ ਨੇ ਬਲਕਿ ਲੋਕਾਂ ਨੂੰ ਮੱਛਲੀ ਫਰਾਮ ਵੀ ਕਰ ਰਹੇ ਨੇ। ਅਗਰ ਅਸੀਂ ਦਰਿਆਵਾਂ ਦੀ ਮੱਛਲੀ ਤੇ ਰਹਿੰਦੇ ਤੇ ਅੱਜ ਮੁਮਕਿਨ ਹੈ ਕਿ ਗੋਸ਼ਤ ਜਿਹੜਾ ਮੱਛਲੀ ਦਾ ਇਹ ਨਾਯਾਬ ਹੁੰਦਾ ਔਰ ਅਸੀਂ ਇਸਤੇਮਾਲ ਨਾ ਕਰ ਸਕਦੇ। ਅਸੀਂ ਅੱਜ ਕੋਟ ਰਾਧਾ ਕਿਸ਼ਨ ਫਾਰਮ ਤੇ ਆਏ ਆ ਤੇ ਇਹਨਾਂ ਦਾ ਫਾਰਮ ਵੀ ਵੇਖਨੇ ਆ, ਮਾਹਿਰੀਨ ਨਾਲ ਗੱਲ ਵੀ ਕਰਨੇ ਆ ਤੇ ਜਿਹੜੇ ਫਾਰਮਰ ਨੇ, ਖੁਦ ਮਾਲਕ ਨੇ, ਓਨਰ ਨੇ, ਇਹਨਾਂ ਨੂੰ ਪੁੱਛਨੇ ਆ ਕਿ ਇਹਨਾਂ ਨੇ ਫਾਰਮ ਕਦੋਂ ਸ਼ੁਰੂ ਕੀਤਾ ਔਰ ਇਹਦੇ ਤੋਂ ਇਹ ਕਿਸ ਤਰ੍ਹਾਂ ਪੈਸੇ ਕਮਾ ਰਹੇ ਨੇ ਔਰ ਇਹਨੂੰ ਬਿਹਤਰ ਬਣਾ ਰਹੇ ਨੇ। आओ देखने। इकबाल अहमद खान साहब, ਇਹ ਇਰਸ਼ਾਦ ਫਰਮਾਓ ਕਿ ਅਸੀਂ ਕਾਫੀ ਵਸੀ ਰਕਬੇ ਦੇ ਉੱਤੇ ਤੁਹਾਡੇ ਫਾਰਮ ਦੇਖ ਰਹੇ ਹਾਂ, ਫਿਸ਼ ਫਾਰਮ, ਇਹ ਤੁਸੀਂ ਕਦੋਂ ਬਣਾਏ? हाँ, तकरीबन 10 साल हो गया जी इन्हों और सारा वाटर लॉक्ड और बंजर एरिया और साल्टी एरिया सी तकरीबन 35 साल तो इस तरह चल रहा सी ते सोचा कि आबाद नहीं होंदा, लिहाजा इत्थे फिश दा पॉन्ड्स बनाने बेहतर होणगे। ਇਹ ਦੱਸੋ ਕਿ ਤੁਸੀਂ ਕਿਹੜੀ ਕਿਸਮ ਦੀ ਮਛਲੀਆਂ ਇੱਥੇ ਜਿਹੜੀਆਂ ਉਹ ਇੱਥੇ ਕਾਸ਼ਤ ਕਰ ਰਹੇ? ਇਹਦੇ 'ਚ ਸਾਰੀਆਂ ਹਨ ਜੀ, ਤਕਰੀਬਨ ਇਹਦੇ 'ਚ ਰਊ ਵੀ ਹੈ, ਥੈਲਾ ਵੀ ਹੈ, ਤਲਾਪੀਆ ਵੀ ਹੈ, ਗ੍ਰਾਸ ਕਾਰਪ ਹੈ, ਸਿਲਵਰ ਕਾਰਪ ਵੀ ਹੈ ਜੀ। ਸਾਰੀਆਂ ਹਨ ਜੋ ਆਮ ਤੌਰ ਤੇ ਮਾਰਕੀਟ 'ਚ ਪਾਈ ਜਾਂਦੀਆਂ ਨੇ। ਅੱਛਾ, ਤੁਸੀਂ ਰਊ ਦਾ ਨਾਂ ਲਿਆ ਤੇ ਕਿੰਨਾ ਟਾਈਮ ਲੱਗ ਜਾਂਦਾ ਰਊ ਨੂੰ ਤਿਆਰ ਹੋਣ ਦੇ ਵਿੱਚ? ਦਰਅਸਲ ਹਰ ਮਛਲੀ ਨੂੰ ਤਕਰੀਬਨ 2 ਸਾਲ ਦਾ ਅਰਸਾ ਲੱਗਦਾ ਹੈ ਜੀ। 1 ਸਾਲ ਤੇ ਅਸੀਂ ਬੱਚਾ ਲੈ ਕੇ ਆਨੇ ਆ ਤੇ 1 ਸਾਲ ਤੇ ਰਹਿੰਦੀ ਹੈ ਜੀ ਉਹ ਨਰਸਰੀ ਪੌਂਡ 'ਚ ਬੱਚਾ ਪਰਚੇਸ ਕਰਕੇ ਲੈ ਕੇ ਆਨੇ ਆ ਮਹਿਕਮੇ ਤੋਂ ਜਾਂ ਕਿਸੇ ਹੋਰ ਤੋਂ, ਔਰ ਦੂਸਰਾ ਫਿਰ 1 ਸਾਲ ਉਹਦੇ ਵਾਸਤੇ ਗਰੋਥ ਪੀਰੀਅਡ ਚਾਹੀਦਾ ਹੈ ਤੇ ਟੋਟਲ 2 ਸਾਲ ਲੱਗਦਾ ਹੈ ਸਰ ਸੇਲੇਬਲ ਹੋਣ ਵਾਸਤੇ। ਸਹੀ। ਤੇ ਮਾਰਕੀਟਿੰਗ ਦੇ ਵਿੱਚ ਕੋਈ ਪ੍ਰੋਬਲਮ ਤੇ ਨਹੀਂ ਹੁੰਦੀ ਜਿਸ ਲਈ ਮਛਲੀ ਤਿਆਰ ਹੋ ਜਾਂਦੀ? ਹਾਂ, ਇਹ ਤੇ ਬੜਾ ਰੈਲੇਵੈਂਟ ਸਵਾਲ ਹੈ ਜੀ ਤੁਹਾਡਾ। ਇਹ ਤਾਂ ਬਹੁਤ ਹੀ ਵੱਡਾ ਪ੍ਰੋਬਲਮ ਹੈ। देखो ना सर, ऐसा है कि ग्रोथ डे टू डे फिश की भी वध रही है लेकिन सर डिमांड नहीं है। देखो डिमांड किस तरह नहीं है, मार्केटिंग है तो बहुत बड़ा प्रॉब्लम है। देखो सर ये वास्ते की चाहिए, एक तो सर ना इनू एक्सपोर्ट होने वास्ते इनू पूरे साल ये डिमांड चाहिए है, इनू एक्सपोर्ट होना चाहिए है सर। इत्थे प्रोसेसिंग ये प्लांट चाहिए ने और अगर तुसी चाहते हो देखो ना सर ਇਹਦਾ रेट भी ईवन चिकन तो भी घट है लेकिन ईवन दैन डिमांड नहीं हैगी। मेरा ख्याल इत्थे सोच नहीं पैदा हुई सर हुण तक। जिहड़ी सोच है ना कि नहीं सिर्फ सर्दियां च खाण वाली है और गर्मियां च नहीं खाना, सर इस सोच वास्ते ना कोई लर्निंग चाहिए है लोगों की, कोई अवेयरनेस चाहिए है, ਉਹਦੇ ਵਾਸਤੇ प्रोग्राम चाहिए ने सर डाड़े जी। अच्छा, ਤੁਸੀਂ ਜਿਹੜਾ ਕਹਿ ਰਹੇ ਹੋ ਡਿਮਾਂਡ ਨਹੀਂ ਹੈ ਤੇ ਕਿਆ ਲੋਕਾਂ ਦੇ ਜ਼ਿਹਨ ਦੇ ਵਿੱਚ ਹਲੇ ਉਹੀ ਗਰਮ ਠੰਡੇ ਦਾ ਹੀ ਚੱਕਰ ਹੈ? ਜਿਸ ਤਰ੍ਹਾਂ ਅੰਡਾ ਗਰਮ ਹੈ, ਮੱਛਲੀ ਗਰਮ ਹੈ, ਗੱਲ ਤੇ ਕੈਲਰੀਜ਼ ਦੀ ਹੁੰਦੀ ਹੈ ਨਾ, ਤੇ ਕੈਲਰੀਜ਼ ਜਿਹੜੀ ਅਸੀਂ ਗੋਸ਼ਤ ਖਾਂਦੇ ਆ ਉਹਦੇ 'ਚ ਤੇ ਕੈਲਰੀ ਅੰਡੇ ਔਰ ਮੱਛਲੀ ਤੋਂ ਵੀ ਜ਼ਿਆਦਾ ਹੁੰਦੀ ਹੈ। बिल्कुल यही चीज़ा ने सर। देखो ना जितने कंट्रीज है तुसी मिडल ईस्ट चले जाओ सर, बाकी कंट्रीज से चले जाओ, ईवन सऊदी अरब सब तो ज़्यादा गर्मी है सर और सर हर डिश के नाल उत्थे मछली अवेलेबल है सर, लेकिन इधर नहीं है। मतलब ये वास्ते वाकई है जड़ा है ना सर, ये वास्ते मतलब है कि ज़रूरत है कि माइंड मेकअप किया जाए। किधरों शुरू होएगा सर? ये नर्सरी क्लास तो शुरू हो जाना चाहिए है सर, बल्कि इसका सब्जेक्ट चाहिए है सर ਉਹਦੇ 'ਚ। और फिर मैं समझना वा कि चिकन तो ज़्यादा बेहतर है, मतलब इस वास्ते बेहतर है सर कि साफ पानी 'ਚ सिर्फ होंदी है। ਅੱਛਾ ਖਾਨ ਸਾਹਿਬ, ਜਿਹੜੇ ਨਾਜ਼ਰੀਨ ਇਸ ਸਾਡਾ ਪ੍ਰੋਗਰਾਮ ਮੁਲਾਜ਼ਾ ਕਰ ਰਹੇ ਨੇ ਤੇ ਉਹਨਾਂ ਨੂੰ ਜਗ੍ਹਾ ਇਸ ਤਰ੍ਹਾਂ ਕੋਈ ਡੀਪ ਮਿਲ ਜਾਂਦੀ ਹੈ ਤੇ ਤੁਸੀਂ ਕੀ ਪੈਗਾਮ ਦਿਓਗੇ ਕਿ ਕਿਆ ਇਹਦੇ 'ਚ ਮੁਨਾਫਾ ਹੈਗਾ, ਇਹ ਕੰਮ ਕਰਨਾ ਚਾਹੀਦਾ? देखो ना सर, ऐसा है कि वैसे तो सर जोड़ा है ना सर एग्रीकल्चरल एरिया ਉਹਦੇ 'ਚ सर मुनाफा बहुत ज़्यादा है, ਉਹਦੇ ਨਾਲ ਸਰ ਇਹਨੂੰ ਕੰਪੇਅਰ ਤੇ ਅਸੀਂ ਨਹੀਂ ਕਰ ਸਕਦੇ। ਲੇਕਿਨ ਸਰ ਮੈਂ ਕਹਿਣਾ ਕਿ ਸਰ ਨਾ ਸਮਥਿੰਗ ਇਜ਼ ਬੈਟਰ ਦੈਨ ਨਥਿੰਗ ਨਾ, ਇਹਨੂੰ ਡਿਵੈਲਪ ਹੋ ਸਕਦਾ ਹੈ
ਯਾਨੀ ਉਹਨੂੰ ਬੰਜਰ ਛੱਡਣਾ ਸਰ ਸਰਕਾਰ ਵਾਸਤੇ ਵੀ ਠੀਕ ਨਹੀਂ ਹੈਗਾ ਔਰ ਆਮ ਆਦਮੀ ਵਾਸਤੇ ਵੀ ਠੀਕ ਨਹੀਂ ਸਰ। ਇਹਨੂੰ ਡਿਵੈਲਪ ਹੋਣਾ ਚਾਹੀਦਾ, ਇਹ ਤਾਂ ਬਹੁਤ ਵੱਡੀ ਅਰਨਿੰਗ ਬਣੇਗੀ ਆਹਿਸਤਾ ਆਹਿਸਤਾ। ਸਿਰਫ ਔਰ ਸਿਰਫ ਸਰ ਮਸਾਇਲ ਨੇ 3-4 ਸਰ ਜਨਾਬ ਨੇ ਮਸਾਇਲ ਪੁੱਛੇ ਨੇ, ਉਹ ਮੈਂ ਅਰਜ਼ ਕਰ ਦਿਆਂ। ਦੇਖੋ ਸਰ, ਇੱਕ ਤੇ ਮਸਲਾ ਹੈਗਾ ਜੇ ਫੀਡ ਦਾ, ਕਿ ਫੀਡ ਜਿਹੜੀ ਹੈ ਨਾ ਫਲੋਟਿੰਗ ਫੀਡ ਮਛਲੀ ਦੀ ਨਾ, ਉਹਦੇ ਪਲਾਂਟ ਨੇ ਸਰ ਜਿਹੜੇ ਹੈ ਨਾ ਸਰ ਬਹੁਤ ਮਹਿੰਗੇ ਨੇ ਔਰ ਸਰ ਉਹ ਮਾਰਕੀਟ 'ਚ ਮੋਨੋਪੋਲੀ ਬਣੀ ਹੋਈ ਹੈ। ਔਰ ਦੂਸਰਾ ਮਾਮਲਾ ਇਹਦੇ 'ਚ ਹੈਗਾ ਕਿ ਸਾਰੇ ਸੀਜ਼ਨ ਇਹਦੀ ਸੇਲ ਹੋਣੀ ਚਾਹੀਦੀ, ਐਕਸਪੋਰਟ ਹੋਣੀ ਚਾਹੀਦੀ, ਪ੍ਰੋਸੈਸਿੰਗ ਪਲਾਂਟ ਹੋਣੇ ਚਾਹੀਦੇ ਨੇ ਸਰ। ਤੀਸਰਾ ਮਸਲਾ ਇੱਕ ਹੈਗਾ ਕਿ ਜਿਹੜਾ ਫਿਸ਼ ਦਾ ਸੀਡ ਹੈ ਨਾ ਸਰ, ਉਹ ਸਰ ਸਰਕਾਰ ਦਵੇ ਨਾ ਸਰ ਸਸਤਾ, ਸਾਨੂੰ ਮਤਲਬ ਮਿਲਦਾ ਨਹੀਂ ਹੈਗਾ ਸਰ। ਮੈਂ ਸਮਝਦਾ ਕਿ ਪਹਿਲੀ ਦਫਾ ਸੋਚ ਰਹੇ ਹਾਂ, ਥੋੜਾ ਬਹੁਤ ਸੋਚ ਰਹੀ ਹੈ ਸਰਕਾਰ ਕਿ ਇਸ ਦੇ ਬਾਰੇ ਕੋਈ ਡਿਵੈਲਪਮੈਂਟ ਦੇ ਬਾਰੇ, ਲੇਕਿਨ ਇਹ ਸੈਕਟਰਸ ਨੇ ਜਿਨ੍ਹਾਂ ਦੇ ਵਿੱਚ ਡਿਵੈਲਪਮੈਂਟ ਦੀ ਲੋੜ ਹੈ ਸਰ, ਜਿਹੜੇ ਮੈਂ ਅਰਜ਼ ਕੀਤੇ ਨੇ। ਤੁਸੀਂ ਸੀਡ ਦਾ ਜ਼ਿਕਰ ਕੀਤਾ ਹੈ ਤੇ ਮੈਂ ਬਹੁਤ ਸਾਰੇ ਪ੍ਰੋਗਰਾਮ ਕੀਤੇ ਨੇ, ਲੋਕਾਂ ਨੇ ਤੇ ਆਪਣੀਆਂ ਹੈਚਰੀਆਂ ਬਣਾ ਲਈਆਂ, ਆਪਣੇ ਸੀਡ ਪ੍ਰੋਡਿਊਸ ਕਰ ਰਹੇ ਨੇ, ਤੁਸੀਂ ਕਿਉਂ ਨਹੀਂ ਕਰ ਰਹੇ? ਸਰ ਦਰਅਸਲ ਐਸਾ ਹੈ ਨਾ ਕਿ ਉਹ ਇੱਕ ਅਲੱਗਾ ਸ਼ੋਬਾ ਹੈ ਸਰ। ਦੇਖੋ ਨਾ ਸਰ, ਜਿਹੜਾ ਹੈਚਰੀ ਦਾ ਔਰ ਬਰੀਡਿੰਗ ਫਾਰਮ ਨਾ, ਉਹ ਇੱਕ ਸੈਪਰੇਟ ਹੈ। ਸਾਡਾ ਹੈ ਸਰ ਪ੍ਰੋਡਕਸ਼ਨ ਫਾਰਮ, ਤੇ ਇਹ ਪ੍ਰੋਡਕਸ਼ਨ ਫਾਰਮ ਜਿਹੜਾ ਨਾ ਸਰ, ਇਹ ਤੇ ਐਗਰੀਕਲਚਰਲ ਫਾਰਮ ਹੈ ਇੱਕ ਕਿਸਮ ਦਾ, ਔਰ ਉਹ ਕਮਰਸ਼ੀਅਲ ਨੇਚਰ ਦਾ ਹੈ। ਲੇਕਿਨ ਮੈਂ ਕਹਿੰਦਾ ਸਰ ਉਹ ਸੈਪਰੇਟ ਬਿਜ਼ਨਸ ਜ਼ਰੂਰ ਹੈ, ਲੇਕਿਨ ਸਟੇਟ ਕਰ ਸਕਦੀ ਹੈ ਨਾ ਸਰ, ਉਹ ਤਾਂ ਛੋਟੇ ਪੈਮਾਨੇ 'ਤੇ ਚਾਹੀਦਾ ਹੈ। ਮੈਂ ਸਮਝਦਾ ਕਿ ਸਟੇਟ ਨੂੰ ਸਰ ਨਾ ਸਸਤੇ ਤੋਂ ਸਸਤਾ ਬੀਜ ਦੇਣਾ ਚਾਹੀਦਾ ਹੈ, ਔਰ ਹਰ ਵਕਤ ਉਹਦੀ ਡਿਮਾਂਡ ਦੇ ਮੁਤਾਬਿਕ ਸਰ, ਜਿਸ ਤਰ੍ਹਾਂ ਐਗਰੀਕਲਚਰਲ ਮਾਰਕੀਟਿੰਗ ਕੰਸੈਪਟ ਹੈ ਨਾ, ਜਿਹੜਾ ਸਟੋਰੇਜ ਲਿਮਿਟਿਡ, ਜਿਸ ਤਰ੍ਹਾਂ ਇੱਕ ਤੁਹਾਡਾ ਐਮਸਲ ਡਿਪਾਰਟਮੈਂਟ ਹੈ, ਕਮ ਸੇ ਕਮ ਇਸ ਤਰ੍ਹਾਂ ਦਾ ਡਿਪਾਰਟਮੈਂਟ ਹੋਵੇ, ਉਹਨੂੰ ਪਰਚੇਜ਼ ਕਰੇ, ਪ੍ਰੋਸੈਸ ਕਰੇ, ਅੱਗੇ ਉਹਨੂੰ ਕਰੇ, ਤਾਂ ਕਿ ਲੋਕਾਂ ਨੂੰ ਸਰ ਸਭ ਤੋਂ ਸਸਤੀ ਔਰ ਬਿਹਤਰ ਜਿਹੜੀ ਫੂਡ ਹੈ ਨਾ ਸਰ, ਇੱਥੋਂ ਮਿਲ ਸਕਦੀ ਹੈ। ਡਾਕਟਰ ਖਾਲਿਦ ਪਰਵੇਜ਼ ਸਾਹਿਬ, ਤੁਸੀਂ ਇਹ ਇਰਸ਼ਾਦ ਫਰਮਾਓ ਕਿ ਫਿਸ਼ਰੀ ਦਾ ਜਿਹੜਾ ਫਰੋਗ ਹੈ, ਮਛਲੀ ਦੇ ਜਿਹੜੇ ਫਾਰਮਿੰਗ ਹੈ, ਇਹਨੂੰ ਜ਼ਿਆਦਾ ਵਧਾਉਣ ਵਾਸਤੇ, ਇਹਦੇ ਫਰੋਗ ਵਾਸਤੇ ਮਹਿਕਮਾ ਕੀ ਇਕਦਾਮਾਤ ਕਰ ਰਿਹਾ ਹੈ? ਮੌਜੂਦਾ ਹੁਕੂਮਤ ਫਿਸ਼ ਫਾਰਮਿੰਗ ਦੇ ਫਰੋਗ ਲਈ ਬਹੁਤ ਜ਼ਿਆਦਾ ਕੋਸ਼ਿਸ਼ਾਂ ਕਰ ਰਹੀ ਹੈ। ਇਹਦੇ ਵਿੱਚ ਖਾਸ ਤੌਰ ਤੇ ਵਜ਼ੀਰ ਆਜ਼ਮ ਦਾ ਇੱਕ ਪ੍ਰੋਗਰਾਮ ਜਿਹੜਾ ਜ਼ਰਈ ਪ੍ਰੋਗਰਾਮ ਹੈ, ਉਸ ਤੇ 7000 ਮਿਲੀਅਨ ਦੀ ਰਕਮ ਮਖਸੂਸ ਕੀਤੀ ਗਈ ਹੈ ਫਿਸ਼ ਫਾਰਮਿੰਗ ਦੇ ਫਰੋਗ ਲਈ, ਔਰ ਜਿਹਦੇ ਨਾਲ ਸ਼ਰਿੰਪ ਫਾਰਮਿੰਗ ਔਰ ਕੇਜ ਫਾਰਮਿੰਗ ਦਾ ਕਨਸੈਪਟ ਜਿਹੜਾ ਹੈ ਉਹ ਇੰਟਰੋਡਿਊਸ ਕੀਤਾ ਗਿਆ, ਜਿਸ ਦਾ ਮਕਸਦ ਜਿਹੜਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਦੀ ਇਨਵੋਲਵ ਕੀਤਾ ਜਾਏ ਔਰ ਜ਼ਿਆਦਾ ਤੋਂ ਜ਼ਿਆਦਾ ਇਹਦਾ ਫਾਇਦਾ ਉਠਾਇਆ ਜਾਵੇ ਫਿਸ਼ ਫਾਰਮ, ਤਾਂ ਕਿ ਲੋਕਾਂ ਨੂੰ ਅੱਛੀ ਖੁਰਾਕ ਜਿਹੜੀ ਹੈ ਉਹ ਮੁਯੱਸਰ ਹੋਵੇ, ਅੱਛੀ ਪ੍ਰੋਟੀਨ ਮੁਯੱਸਰ ਹੋਵੇ। ਪਾਵਰਟੀ ਐਲੀਵੀਏਸ਼ਨ ਦਾ ਰੋਲ ਇਹਦੇ 'ਚ ਹੁੰਦਾ ਹੈ ਕਿ ਜਿਹੜੀ ਪਾਵਰਟੀ ਅਸੀਂ ਘੱਟ ਕਰ ਸਕਦੇ ਹਾਂ, ਨਾ ਸਿਰਫ ਹੈ ਕਿ ਬਲਕਿ ਜਿਹੜੀਆਂ ਬਹੁਤ ਸਾਰੀਆਂ ਜ਼ਰਈ ਜ਼ਮੀਨਾਂ ਐਸੀਆਂ ਬੇਕਾਰ ਜ਼ਮੀਨਾਂ ਸਾਡੇ ਕੋਲ ਪਈਆਂ ਹੋਈਆਂ, ਅਸੀਂ ਉਹਨਾਂ ਨੂੰ ਇਸਤੇਮਾਲ 'ਚ ਲਿਆ ਕੇ ਅਸੀਂ ਮਛਲੀ ਦੀ ਪੈਦਾਵਾਰ बढ़ा ਸਕਨੇ ਹਾਂ। ਇਹ ਨਾ ਸਿਰਫ ਸਾਨੂੰ ਗ਼ਜ਼ਾਈ ਜ਼ਰੂਰੀਆਤ ਪੂਰੀਆਂ ਕਰਨਗੀਆਂ, ਬਲਕਿ ਇੱਕ ਆਮ ਲੋਕਾਂ ਦੇ ਲਈ ਰੋਜ਼ਗਾਰ ਦਾ ਸਬਬ ਵੀ ਬਣਨਗੀਆਂ। ਡਾਕਟਰ ਸਾਹਿਬ, ਇਹ ਦੱਸੋ ਕਿ ਅਸੀਂ ਮੁਖਤਲਿਫ ਫਾਰਮਾਂ ਤੇ ਲੋਕਾਂ ਦੇ, ਪ੍ਰਾਈਵੇਟ ਲੋਕਾਂ ਦੇ ਇੰਟਰਵਿਊ ਕੀਤੇ ਨੇ, ਲੋਕ ਬੜੇ ਤਕਲੀਫ ਦਾ ਇਜ਼ਹਾਰ ਕਰ ਰਹੇ ਨੇ ਕਿ ਬੱਚਾ ਮਛਲੀ ਜਿਹੜੀ ਹੈ ਉਹਨਾਂ ਨੂੰ ਬੜੀ ਮਹਿੰਗਾ ਮਿਲ ਰਿਹਾ ਹੈ। ਅਗਰ ਗਵਰਨਮੈਂਟ ਜਿਹੜੀ ਹੈ ਬੱਚਾ ਮਛਲੀ ਅਗਰ ਉਹਨਾਂ ਨੂੰ ਫਰਾਹਮ ਕਰੇ ਤੇ ਫਿਰ ਉਹ ਲੋਕ ਜਿਹੜਾ ਹੈ ਉਹਨਾਂ ਵਾਸਤੇ ਆਸਾਨੀ ਹੋ ਜਾਏਗੀ। ਤੁਸੀਂ ਇਹਦੇ ਵਾਸਤੇ ਕੁਝ ਕਰ ਰਹੇ ਹੋ? ਪ੍ਰਾਈਵੇਟ ਫਾਰਮਰਾਂ ਨੂੰ ਅਸੀਂ ਗਵਰਨਮੈਂਟ ਰੇਟ ਦੇ ਉੱਤੇ ਬੱਚਾ ਮਛਲੀ ਜਿਹੜੇ ਨੇ ਉਹ ਸਪਲਾਈ ਕਰ ਰਹੇ ਹਾਂ, ਔਰ ਇਸ ਦੀ ਵਜ੍ਹਾ ਦੇ ਨਾਲ ਜਿਹੜਾ ਬੱਚਾ ਮਛਲੀ ਹੈ ਉਹਦਾ ਰੇਟ ਜਿਹੜਾ ਹੈ ਮੁਸਤਹਕਮ ਹੈ। ਅਗਰ ਗਵਰਨਮੈਂਟ ਨੂੰ ਉਸ ਗਵਰਨਮੈਂਟ ਰੇਟ ਦੇ ਉੱਤੇ ਬੱਚਾ ਨਾ ਸਪਲਾਈ ਕਰੇ ਤਾਂ ਇਹਦਾ ਰੇਟ ਬਹੁਤ ਜ਼ਿਆਦਾ ਜਿਹੜਾ ਹੈ ਵਸੂਲ ਕੀਤਾ ਜਾਏ। ਦੂਸਰੀ ਜਿਹੜੀ ਸੂਰਤ ਹਾਲ ਹੈ ਕਿ ਅਸੀਂ ਮੌਜੂਦਾ ਗਵਰਨਮੈਂਟ ਦਾ ਜਿਹੜਾ ਕੰਮ ਹੈ ਉਹ ਇਹਨੂੰ ਕਪੈਸਿਟੀ ਬਿਲਡਿੰਗ ਵੱਲ ਤਵੱਜੋ ਦੇ ਰਹੇ ਹਾਂ, ਜਿਹੜੀ ਪ੍ਰਾਈਵੇਟ ਸੈਕਟਰ ਨੂੰ ਅਸੀਂ ਇਨਵੋਲਵ ਕਰ ਰਹੇ ਹਾਂ, ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਪ੍ਰਾਈਵੇਟ ਲੋਕ ਉਹ ਹੈਚਰੀਆਂ ਬਣਾਉਣ ਔਰ ਬੱਚਿਆਂ ਮਛਲੀ ਦੀ ਤਾਦਾਦ ਦੇ ਵਿੱਚ ਇਜ਼ਾਫਾ ਹੋਵੇ, ਔਰ ਇਸੇ ਤਰ੍ਹਾਂ ਆਟੋਮੈਟਿਕਲੀ ਜਿਹੜਾ ਰੇਟ ਹੈ ਮਛਲੀ ਦਾ ਉਹ ਘੱਟ ਹੁੰਦਾ ਜਾਏਗਾ। ਡਾਕਟਰ ਸਾਹਿਬ, ਇਹ ਸਾਡੇ ਜਿਹੜੇ ਮੌਜੂਦਾ ਗਵਰਨਮੈਂਟ ਦੀ ਜਿਹੜੀ ਇਹ ਪਾਲਿਸੀ ਹੈ ਉਹਦੇ ਵਿੱਚ ਇਹ ਚੀਜ਼ ਵੀ ਸ਼ਾਮਲ ਹੈ ਕਿ ਅਸੀਂ ਪ੍ਰਾਈਵੇਟ ਸੈਕਟਰ ਦੀ ਕਪੈਸਿਟੀ ਬਿਲਡਿੰਗ ਕਰੀਏ ਔਰ ਪ੍ਰਾਈਵੇਟ ਸੈਕਟਰ ਨੂੰ ਇਸ ਦੇ ਵਿੱਚ ਅਸੀਂ ਇਨਵੋਲਵ ਕਰੀਏ। ਜ਼ਿਆਦਾ ਤੋਂ ਜ਼ਿਆਦਾ ਪ੍ਰਾਈਵੇਟ ਹੈਚਰੀਆਂ ਜਿਹੜੀਆਂ ਬਣਨਗੀਆਂ ਔਰ ਜ਼ਿਆਦਾ ਇਹਦੇ ਵਿੱਚ ਕਿ ਨਾਲ ਦਾ ਜਿਹੜੀ ਨਵੀਂ ਤੋਂ ਨਵੀਆਂ ਸਪੀਸ਼ੀਜ਼ ਆ ਰਹੀਆਂ ਨੇ ਉਹਨਾਂ ਦਾ ਬੱਚਾ ਜਿਹੜਾ ਹੈ ਇੱਥੋਂ ਪ੍ਰੋਡਿਊਸ ਹੁੰਦਾ ਰਹੇਗਾ ਔਰ ਇਹ ਮਛਲੀ ਫਾਰਮਿੰਗ ਦੇ ਫਰੋਗ ਦੇ ਵਿੱਚ ਸਾਡੇ ਹਿੱਸਾ ਲਏਗਾ, ਔਰ ਇਸੇ ਤਰ੍ਹਾਂ ਸਾਡਾ ਫਿਸ਼ਰੀਜ਼ ਸੈਕਟਰ ਜਿਹੜਾ ਹੈ ਉਹ ਅੱਗੇ ਤਰੱਕੀ ਕਰ ਸਕਦਾ ਹੈ। ਸਾਇਮਾ ਸਾਦਕ ਮੀਰ ਸਾਹਿਬਾ, ਤੁਸੀਂ ਮਾਸ਼ਾਅੱਲਾ ਡਾਇਰੈਕਟਰ ਹੋ, ਤੇ ਦੇਖਿਆ ਗਿਆ ਹੈ ਕਿ ਕਿਸੇ ਵੀ ਸ਼ੋਬੇ ਦੀ ਤਰੱਕੀ ਤਾਂ ਹੀ ਮੁਮਕਿਨ ਹੁੰਦੀ ਹੈ ਅਗਰ ਕੋਈ ਟ੍ਰੇਨਿੰਗ ਪ੍ਰੋਗਰਾਮ ਹੋਣ। ਤੇ ਜਿਸ ਤਰ੍ਹਾਂ ਤੁਹਾਡੇ ਫਾਰਮਰ ਨੇ ਤੇ ਤੁਸੀਂ ਇਹਨਾਂ ਨੂੰ ਕੋਈ ਟ੍ਰੇਨਿੰਗ ਵੀ ਦਿੰਦੇ ਹੋ ਕਿ ਕਿਸ ਤਰ੍ਹਾਂ ਮਛਲੀ ਪਾਲਣੀ ਹੈ, ਅਗਰ ਮਛਲੀ ਬਿਮਾਰ ਹੋ ਜਾਏ ਤੇ ਉਹਦੀ ਕੀ ਲਾਮਤਾਂ ਨੇ, ਉਹਨਾਂ ਨੂੰ ਕਿਹੜੀ ਅਦਵਿਆਤ ਦੇਣੀ ਹੈ, ਤੇ ਫਿਰ ਖਾਸ ਤੌਰ ਤੇ ਖੁਰਾਕ ਜਿਹੜੀ ਹੈ ਇੱਕ ਬੁਨਿਆਦੀ ਜ਼ਰੂਰਤ ਹੈ, ਉਹਦੇ ਬਾਰੇ ਵੀ ਮੈਂ ਪੁੱਛਣਾ ਚਾਹਾਂਗਾ ਕਿ ਇਹਨਾਂ ਨੂੰ ਖੁਰਾਕ ਕਿਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ?
ਜੀ ਡਾਕਟਰ ਸਾਹਿਬ, ਇਸ ਹਵਾਲੇ ਨਾਲ ਮੈਂ ਦੱਸਣਾ ਚਾਹਾਂਗੀ ਕਿ ਮਹਿਕਮਾ ਮਾਹੀ ਪਰਵਰੀ ਜਿਹੜਾ ਹੈ ਉਹ ਫਾਰਮਰਸ ਦੀ ਟ੍ਰੇਨਿੰਗ ਵਾਸਤੇ ਬਹੁਤ ਸਾਰੇ ਮੁਖਤਲਿਫ ਪ੍ਰੋਗਰਾਮਸ ਕਰਦਾ ਹੈ। ਸਾਡਾ ਅਦਾਰਾ ਤਹਿਕੀਕੋ ਤਰਬੀਅਤ ਮਨਾਵਾ 'ਚ ਮੌਜੂਦ ਹੈ। ਉੱਥੇ ਅਸੀਂ ਫਾਰਮਰ ਹਜ਼ਰਾਤ ਵਾਸਤੇ ਮੁਖਤਲਿਫ ਟੌਪਿਕਸ 'ਤੇ 5 ਰੋਜ਼ਾ ਜਾਂ 3 ਰੋਜ਼ਾ ਕੋਰਸਿਸ ਕਰਵਾਉਂਦੇ ਹਾਂ ਰੈਗੂਲਰ, ਜਿਹਦੇ ਵਿੱਚ ਉਹਨਾਂ ਨੂੰ ਕੋਈ ਫ੍ਰੀ ਤਰਬੀਅਤ ਦਿੱਤੀ ਜਾਂਦੀ ਹੈ ਤੇ ਉਹਨਾਂ ਨੂੰ ਅਸੀਂ ਫੀਲਡ ਵਿਜ਼ਿਟ ਵੀ ਕਰਾਉਂਦੇ ਹਾਂ, ਉਹਨਾਂ ਨੂੰ ਅਸੀਂ ਹੈਚਰੀਜ਼ ਵੀ ਦਿਖਾਉਂਦੇ ਹਾਂ। ਅਸੀਂ ਤਮਾਮ ਮੁਖਤਲਿਫ ਅਮੂਰ ਜਿਹੜੇ ਮਾਹੀ ਪਰਵਰੀ ਨਾਲ ਰਿਲੇਟਡ ਨੇ, ਅਸੀਂ ਉਹਨਾਂ ਤਮਾਮ ਸ਼ੋਬਿਆਂ ਵਿੱਚ ਲੋਕਾਂ ਨੂੰ ਟ੍ਰੇਨਿੰਗ ਦੇਣੇ ਆ ਤੇ ਇਹ ਟ੍ਰੇਨਿੰਗ ਕੋਰਸਿਸ ਅਸੀਂ ਰੈਗੂਲਰ ਸਾਲ ਦਾ ਅਸੀਂ ਸ਼ਡਿਊਲ ਬਣਾਉਂਦੇ ਹਾਂ ਤੇ ਉਹਨੂੰ ਐਡਵਰਟਾਈਜ਼ ਕਰਨੇ ਅਖਬਾਰਾਂ ਵਿੱਚ। ਜਿਹੜੇ ਵੀ ਖਾਹਿਸ਼ਮੰਦ ਹਜ਼ਰਾਤ ਨੇ ਉਹ ਆਉਂਦੇ ਨੇ ਤੇ ਉਹ ਇਸ ਟ੍ਰੇਨਿੰਗ ਦੇ ਵਿੱਚ ਹਿੱਸਾ ਲੈਂਦੇ ਨੇ। ਤੇ ਅਸੀਂ ਮੱਛੀ ਫਾਰਮਿੰਗ ਦੇ ਵਿੱਚ ਜਿਹੜੇ ਮੁਖਤਲਿਫ ਬਿਮਾਰੀਆਂ ਦਾ ਜਿਹੜਾ ਇਸਤੇਮਾਲ ਹੁੰਦਾ ਜਾਂ ਜਿਹੜੀ ਮੁਖਤਲਿਫ ਸੀਜ਼ਨ ਦੇ ਨਾਲ ਮੁਖਤਲਿਫ ਬਿਮਾਰੀਆਂ ਵਕੂਅ ਪਜ਼ੀਰ ਹੁੰਦੀਆਂ ਨੇ, ਅਸੀਂ ਉਹਨਾਂ ਦੇ ਵਾਸਤੇ ਲੈਬੋਰਟਰੀ ਸਾਡੇ ਕੋਲ ਮੌਜੂਦ ਹੈ ਮਨਾਵਾਂ ਦੇ ਵਿੱਚ ਤੇ ਉੱਥੇ ਲੋਕੀ ਆਪਣੇ ਬਿਮਾਰ ਮਛਲੀਆਂ ਦੇ ਸੈਂਪਲ ਵੀ ਭੇਜਦੇ ਨੇ ਤੇ ਅਸੀਂ ਉੱਥੇ ਉਹਨਾਂ ਦਾ ਐਨਾਲਿਸਿਸ ਵੀ ਕਰਕੇ ਲੋਕਾਂ ਨੂੰ ਦੱਸਦੇ ਹਾਂ ਕਿ ਇਹਨਾਂ ਨੂੰ ਕੀ ਤਕਲੀਫ ਹੈ ਤੇ ਨਾਲੇ ਅਸੀਂ ਉੱਥੇ ਪਾਣੀ ਤੇ ਮਿੱਟੀ ਦਾ ਤਜਜ਼ੀਆ ਕਰਕੇ ਵੀ ਦੱਸਦੇ ਹਾਂ ਕਿ ਆਇਆ ਉਹ ਬਿਮਾਰੀਆਂ ਪਾਣੀ ਦੀ ਕੋਈ ਮਸਲੇ ਦੀ ਵਜ੍ਹਾ ਨਾਲ ਨੇ ਜਾਂ ਉਹਨਾਂ ਦੀ ਸੋਇਲ ਦਾ ਕੋਈ ਇਸ਼ੂ ਹੈ ਜਾਂ ਜੋ ਵੀ ਉਹਨਾਂ ਨੂੰ ਮਛਲੀ ਨੂੰ ਕੋਈ ਜਰਾਸੀਮ ਅੰਦਰੂਨੀ ਜਾਂ ਬੈਰੂਨੀ ਤਕਲੀਫ ਹੈ ਉਹਦਾ ਅਸੀਂ ਟ੍ਰੀਟਮੈਂਟ ਵੀ ਉਹਨਾਂ ਨੂੰ ਦੱਸਦੇ ਹਾਂ। ਇਹਦੇ ਇਲਾਵਾ ਸਾਡਾ ਇਦਾਰੇ ਦੇ ਵਿੱਚ ਨਿਊਟ੍ਰੀਸ਼ਨ ਦੇ ਹਵਾਲੇ ਨਾਲ ਜਿਹੜਾ ਖੁਰਾਕ ਦਾ ਮਸਲਾ ਹੈ, ਉਹ ਤੁਹਾਨੂੰ ਪਤਾ ਹੈ ਕਿ ਫਿਸ਼ ਫਾਰਮਿੰਗ ਜਿਹੜਾ ਹੈ ਉਹਦੇ ਵਾਸਤੇ ਫਿਸ਼ ਦੀ ਖੁਰਾਕ ਇੱਕ ਬੜਾ ਅਹਿਮ ਜੁਜ਼ ਹੈਗਾ ਉਹਦੀ ਬੜ੍ਹੋਤਰੀ ਵਾਸਤੇ, ਉਹਦੀ ਬਿਹਤਰ ਪੈਦਾਵਾਰ ਵਾਸਤੇ। ਜੀ ਮੈਂ ਇਹ ਵੀ ਦੱਸਣਾ ਚਾਹਾਂਗੀ ਕਿ ਨਿਊਟ੍ਰੀਸ਼ਨ ਦੇ ਹਵਾਲੇ ਨਾਲ ਅਸੀਂ ਮਹਿਕਮਾ ਜਿਹੜਾ ਹੈ ਮਹਿਕਮੇ ਦੇ ਵਿੱਚ ਇੱਕ ਨਿਊਟ੍ਰੀਸ਼ਨ ਦਾ ਸ਼ੋਬਾ ਕੰਮ ਕਰ ਰਿਹਾ ਹੈ ਅਦਾਰਾ ਤਹਿਕੀਕੋ ਤਰਬੀਅਤ ਦੇ ਵਿੱਚ। ਉੱਥੇ ਅਸੀਂ ਮੁਖਤਲਿਫ ਮੱਛੀਆਂ ਦੇ ਉੱਤੇ ਤਜਰਬਾਤ ਕਰਨੇ ਆ ਤੇ ਉਹਨਾਂ ਵਾਸਤੇ ਲੋਕਲੀ ਅਵੇਲੇਬਲ ਜਿਹੜੇ ਫੀਡ ਇੰਗਰੀਡੀਐਂਟਸ ਹੈਗੇ ਨੇ ਉਹਨਾਂ ਨੂੰ ਇਸਤੇਮਾਲ ਕਰਕੇ ਮੁਖਤਲਿਫ ਕੰਬੀਨੇਸ਼ਨਸ ਤੇ ਨਾਲੇ ਪ੍ਰੋਬਾਇਓਟਿਕਸ ਦਾ ਵੀ ਇਸਤੇਮਾਲ ਕਰਕੇ ਅਸੀਂ ਇੱਕ ਬਿਹਤਰ ਕੰਬੀਨੇਸ਼ਨ ਬਣਾਉਣ ਦੀ ਬਿਹਤਰ ਖੁਰਾਕ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਫਾਰਮਰਸ ਨੂੰ ਬਤਾਇਆ ਜਾ ਸਕੇ ਕਿ ਇੱਕ ਤੇ ਕਮਰਸ਼ਲੀ ਅਵੇਲੇਬਲ ਫੀਡ ਤੁਹਾਨੂੰ ਮਾਰਕੀਟ ਵਿੱਚ ਮਿਲਦੀ ਹੈ ਤੇ ਅਸੀਂ ਉਹਨਾਂ ਦੇ ਇਲਾਵਾ ਹੋਰ ਵੀ ਆਪਣੇ ਐਕਸਪੈਰੀਮੈਂਟਸ ਕਰਨੇ ਆ ਤਾਂ ਕਿ ਮੱਛੀ ਦੇ ਵਾਸਤੇ ਅਸੀਂ ਕੋਈ ਬਿਹਤਰ ਨਿਊਟ੍ਰੀਸ਼ਨਲ ਰਿਕੁਆਇਰਮੈਂਟਸ ਜਿਹੜੀਆਂ ਨੇ ਉਹਨਾਂ ਨੂੰ ਫੁਲਫਿਲ ਕਰਨ ਦੇ ਵਾਸਤੇ ਕੋਈ ਫੀਡ ਫਾਰਮੂਲਾ ਬਣਾਈਏ। ਅੱਛਾ ਮੋਹਤਰਮਾ, ਕਿਸੇ ਵੀ ਸ਼ੋਬੇ ਦੀ ਤਰੱਕੀ ਵਾਸਤੇ ਨਾ ਅਵੇਅਰਨੈਸ ਪ੍ਰੋਗਰਾਮ ਬੜੇ ਜ਼ਰੂਰੀ ਹੁੰਦੇ ਨੇ। ਹਲੇ ਅਸੀਂ ਤੇ ਇਸ ਚੀਜ਼ 'ਚ ਨਹੀਂ ਕਰ ਰਹੇ, ਅਸੀਂ ਕਹਿੰਦੇ ਜੀ ਅੰਡਾ ਵੀ ਗਰਮ ਹੈ, ਮਛਲੀ ਵੀ ਗਰਮ ਹੈ, ਲੋਕ ਇਸ ਵਾਸਤੇ ਡਰਦੇ ਨਹੀਂ ਖਾਂਦੇ। ਤੇ ਕਿਆ ਕੋਈ ਅਵੇਅਰਨੈਸ ਪ੍ਰੋਗਰਾਮ ਤੁਸੀਂ ਕਰ ਰਹੇ ਹੋ? ਕੋਈ ਅਖਬਾਰਾਤ ਦੇ ਵਿੱਚ, ਕੋਈ ਟੀਵੀ, ਕੋਈ ਰੇਡੀਓ ਦੇ ਉੱਤੇ ਤੁਸੀਂ ਇਹ ਕੋਈ ਪੈਗਾਮਾਤ ਲੋਕਾਂ ਨੂੰ ਅਵੇਅਰਨੈਸ ਦੇ ਰਹੇ ਹੋ? ਡਾਕਟਰ ਸਾਹਿਬ, ਜਿੱਥੋਂ ਤੱਕ ਪਬਲਿਸਿਟੀ ਤੇ ਅਵੇਅਰਨੈਸ ਦਾ ਸਵਾਲ ਹੈ ਨਾ, ਤੇ ਇਸ ਹਵਾਲੇ ਨਾਲ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਮਹਿਕਮਾ ਜਿਹੜਾ ਹੈ ਨਾ ਉਹ ਬਹੁਤ ਹੱਦ ਵਸਾ ਜਿਤਨੇ ਵੀ ਸਾਡੇ ਰਿਸੋਰਸਿਸ ਨੇ ਉਹਨਾਂ ਨੂੰ ਬਰੂਏ ਕਾਰ ਲਾਉਂਦੇ ਹੋਏ ਨਾਲੇ ਸੋਸ਼ਲ ਮੀਡੀਆ ਦਾ ਵੀ ਇਸਤੇਮਾਲ ਕਰਦੇ ਹੋਏ ਅਸੀਂ ਬਹੁਤ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਨੂੰ ਦੱਸਿਆ ਜਾਏ ਕਿ ਪ੍ਰੋਟੀਨ ਜਿਹੜੀ ਹੈ ਸਾਡੇ ਬੱਚਿਆਂ ਦੇ ਵਾਸਤੇ, ਬੜਿਆਂ ਵਾਸਤੇ, ਖਵਾਤੀਨ ਵਾਸਤੇ, ਬੂੜਿਆਂ ਵਾਸਤੇ, ਸਭ ਦੇ ਵਾਸਤੇ ਇੱਕ ਇੰਤਹਾਈ ਅਹਿਮ ਜਿਹੜਾ ਨਾ ਖੁਰਾਕ ਦਾ ਜ਼ਰੀਆ ਹੈ ਤੇ ਸਾਡੀ ਬਹੁਤ ਬੇਸਿਕ ਰਿਕੁਆਇਰਮੈਂਟ ਹੈ। ਪਾਕਿਸਤਾਨ ਦੇ ਵਿੱਚ ਇਸ ਵੇਲੇ ਸਾਡੀ ਪਰ ਕੈਪੀਟਾ ਕੰਜ਼ੰਪਸ਼ਨ ਜਾਂ ਅਵੇਲੇਬਿਲਿਟੀ ਕਹੋ 2 kg ਹੈਗੀ ਹੈ ਸਾਲਾਨਾ ਇੱਕ ਬੰਦੇ ਵਾਸਤੇ, ਜੋ ਬਹੁਤ ਘੱਟ ਹੈ। ਇਹਦੇ ਵਾਸਤੇ ਅਸੀਂ ਲੋਕਾਂ ਨੂੰ ਦੱਸ ਰਹੇ ਹਾਂ ਕਿ ਤੁਸੀਂ ਪ੍ਰੋਟੀਨ ਦਾ ਜਿਹੜੇ ਮੁਖਤਲਿਫ ਰਿਸੋਰਸਿਸ ਨੇ ਜਿਨ੍ਹਾਂ ਵਿੱਚ ਅੰਡਾ, ਗੋਸ਼ਤ, दूध ਤੇ ਦਾਲਾਂ ਇਹ ਬਹੁਤ ਅਹਿਮ ਜ਼ਰਾਏ ਨੇ, ਲੇਕਿਨ ਇਹਨਾਂ ਦੇ ਨਾਲ ਨਾਲ ਸਾਨੂੰ ਮਛਲੀ ਦਾ ਇਸਤੇਮਾਲ ਜਿਹੜਾ ਨਾ ਉਹ ਕਰਨ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਮਛਲੀ ਦਾ ਗੋਸ਼ਤ ਐਸਾ ਹੈ ਜਿਹਦੇ ਵਿੱਚ ਸਾਨੂੰ ਓਮੇਗਾ 3 ਫੈਟੀ ਐਸਿਡ ਮਿਲਦਾ ਹੈ, ਜਿਹਦੇ ਵਿੱਚ ਕੋਲੇਸਟਰੋਲ ਦੀ ਮਿਕਦਾਰ ਘੱਟ ਹੈ, ਜਿਹਦੇ ਵਿੱਚ ਨੈਟ ਪ੍ਰੋਟੀਨ ਕੰਟੈਂਟ ਜਿਹੜਾ ਬਾਕੀ ਤਮਾਮ ਲਹਿਮੀਆਤ ਦੀ ਸੋਰਸਿਸ ਕੋਲੋਂ ਜ਼ਿਆਦਾ ਹੈ। ਅਸੀਂ ਲੋਕਾਂ ਨੂੰ ਦੱਸਦੇ ਹਾਂ ਕਿ ਤੁਸੀਂ ਮਛਲੀ ਦਾ ਗੋਸ਼ਤ ਖਾਓ ਤੇ ਮਛਲੀ ਜਿਹੜੀ ਹੈ ਤੁਹਾਡੀ ਸਿਹਤ ਵਾਸਤੇ, ਖਾਸ ਤੌਰ ਤੇ ਬੱਚਿਆਂ ਦੇ ਬ੍ਰੇਨ ਡਿਵੈਲਪਮੈਂਟ ਵਾਸਤੇ ਬਹੁਤ ਜ਼ਰੂਰੀ ਹੈ। ਤੇ ਅਸੀਂ ਲੋਕਾਂ ਨੂੰ ਇਹਦੇ ਵਾਸਤੇ ਅਖਬਾਰਾਤ ਦੇ ਵਿੱਚ ਤੇ ਰੇਡੀਓ ਪ੍ਰੋਗਰਾਮਸ ਤੇ ਟੀਵੀ ਟਾਕਸ ਤੇ ਅਸੀਂ ਕਾਲਜਸ ਐਂਡ ਸਕੂਲਸ ਦੇ ਵਿੱਚ ਲੈਕਚਰਸ ਵੀ ਦੇਣੇ ਆ, ਲੋਕਾਂ ਨੂੰ ਦੱਸਦੇ ਆ ਕਿ ਉਹ ਮਛਲੀ ਖਾਵਣ ਤੇ ਇਹਦੇ ਵਾਸਤੇ ਅਸੀਂ ਅਦਾਰਾ ਜਿਹੜਾ ਹੈ ਮਛਲੀ ਫਾਰਮਿੰਗ ਨੂੰ ਪ੍ਰਮੋਟ ਕਰਨ ਦੀ ਹਰ ਮੁਮਕਿਨ ਕੋਸ਼ਿਸ਼ ਕਰਦਾ। ਅਸੀਂ ਸੋਸ਼ਲ ਮੀਡੀਆ ਤੇ ਵੀ ਇਹੋ ਜਿਹੇ ਸਲੋਗਨਸ ਐਂਡ ਔਰ ਮੈਸੇजेस ਕਨਵੇ ਕਰਨੇ ਆ ਤੇ ਇਹਦੇ ਨਾਲ ਵਾਸਤੇ ਅਸੀਂ ਵਰਕਸ਼ਾਪਸ ਤੇ ਟ੍ਰੇਨਿੰਗ ਪ੍ਰੋਗਰਾਮਸ ਤੇ ਅਵੇਅਰਨੈਸ ਕੈਂਪੇਨਸ ਵੀ ਚਲਾਉਂਦੇ ਆ ਤਾਂ ਕਿ ਲੋਕਾਂ ਨੂੰ
ਜਿਹੜਾ ਹੈ ਨਾ ਮੱਛਲੀ ਦੀ ਅਫਾਦੀਅਤ ਦਾ ਫਾਇਦਾ ਹੋਏ ਤੇ ਨਾਲੇ ਅਸੀਂ ਲੋਕਾਂ ਨੂੰ ਇਹ ਵੀ ਦੱਸਣ ਦੀ ਕੋਸ਼ਿਸ਼ ਕਰਨੇ ਆ ਕਿ ਮੱਛਲੀ ਸਿਰਫ ਸਰਦੀਆਂ ਦੇ ਵਿੱਚ ਨਹੀਂ ਖਾਣੀ, ਇਹ ਪੂਰਾ ਸਾਲ ਖਾਵਣ। ਇਹਦੇ ਵਿੱਚ ਕੋਈ ਪਾਬੰਦੀ ਨਹੀਂ, ਇਹ ਖਾਲੀ ਗੱਲਾਂ ਹੀ ਹੈਗੀਆਂ ਨੇ ਕਿ ਜੀ ਤੁਸੀਂ ਗਰਮੀ ਦੇ ਵਿੱਚ ਮੱਛਲੀ ਨਾ ਖਾਓ, ਇਹ ਗਰਮ ਹੁੰਦੀ ਹੈ, ਗਰਮ ਸ਼ਰਮ ਨਹੀਂ ਹੁੰਦੀ। ਇਹ ਮੱਛਲੀ ਸਾਰਾ ਸਾਲ ਖਾਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਪੂਰਾ ਸਾਲ ਰੈਗੂਲਰ ਬੇਸਿਸ ਤੇ ਉਹਨਾਂ ਨੂੰ ਲਹਿਮੀਆਤੀ ਗਜ਼ਾਈ ਜ਼ਰੂਰੀਅਤ ਉਹਨਾਂ ਦੀਆਂ ਪੂਰੀਆਂ ਹੋਣ। ਅਬਾਸ ਅਲੀ ਖਾਨ ਸਾਹਿਬ, ਤੁਸੀਂ ਮਾਸ਼ਾਅੱਲਾ ਡਿਪਟੀ ਡਾਇਰੈਕਟਰ ਹੋ ਫਿਸ਼ਰੀ ਡਿਪਾਰਟਮੈਂਟ ਪੰਜਾਬ, ਤੁਸੀਂ ਇਹ ਫਰਮਾਓ ਕਿ ਜਿਹੜੇ ਨਾਜ਼ਰੀਨ ਐਸੇ ਸਾਡਾ ਪ੍ਰੋਗਰਾਮ ਮੁਲਾਜ਼ਾ ਕਰ ਰਹੇ ਨੇ, ਅਗਰ ਉਹ ਫਿਸ਼ ਫਾਰਮਿੰਗ ਸ਼ੁਰੂ ਕਰਨੀ ਚਾਹਣ ਤੇ ਬੁਨਿਆਦੀ ਚੀਜ਼ਾਂ ਕਿਹੜੀਆਂ ਨੇ, ਜਿਸ ਤਰ੍ਹਾਂ ਮਿੱਟੀ, ਪਾਣੀ ਹੈ ਜਾਂ ਹੋਰ ਚੀਜ਼ਾਂ ਨੇ, ਇਹ ਸਟਾਰਟ ਕਿਵੇਂ ਲੈਣਾ? ਡਾਕਟਰ ਸਾਹਿਬ ਇਹਦੇ ਬਾਰੇ 'ਚ ਮੈਂ ਫਰਮਾਵਾਂਗਾ ਕਿ ਜਿਹੜੇ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਨੇ ਉਹਨਾਂ ਦੇ ਵਾਸਤੇ ਕਿ ਜਿਹੜਾ ਵੀ ਕੋਈ ਫਾਰਮ ਬਣਾਉਣਾ ਚਾਹਵੇ ਕਿਸੇ ਵੀ ਜਗ੍ਹਾ ਤੇ, ਉਹਦੇ ਵਾਸਤੇ ਨਾ ਕੁਝ ਜ਼ਰੂਰੀ ਚੀਜ਼ਾਂ ਨੇ ਬੁਨਿਆਦੀ, ਉਹਨਾਂ ਦਾ ਖਿਆਲ ਰੱਖ ਕੇ ਤੇ ਫਿਰ ਫਾਰਮ ਨੂੰ ਸ਼ੁਰੂ ਕਰੇ। ਔਰ ਹਰ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਮਾਹਿਰੀਨ ਅਸਿਸਟੈਂਟ ਡਾਇਰੈਕਟਰ, ਉਹਨਾਂ ਦੇ ਅਸਿਸਟੈਂਟ ਵਾਰਡਨ ਫਿਸ਼ਰੀਜ਼ ਔਰ ਦੀਗਰ ਅਮਲਾ ਜਿਹੜਾ ਸਾਡਾ ਟੈਕਨੀਕਲ ਅਮਲਾ ਉੱਥੇ ਮੌਜੂਦ ਹੈਗਾ, ਉੱਥੇ ਜ਼ਮੀਨ ਦੀ ਸਰਵੇ ਕਰਵਾਉਣ, ਉਹਨਾਂ ਨੂੰ ਚੈੱਕ ਕਰਵਾਉਣ, ਸੋ ਉੱਥੋਂ ਦਾ ਪਾਣੀ ਔਰ ਮਿੱਟੀ ਦੇ ਸੈਂਪਲ ਲੈ ਕੇ ਬਣਾਵਾ। ਸਾਡਾ ਇੱਕ ਤਹਿਕੀਕ ਔਰ ਤਰਬੀਅਤ ਦਾ ਇਦਾਰਾ ਹੈ, ਉੱਥੇ ਸਾਰੇ ਟੈਸਟ ਹੁੰਦੇ ਨੇ, ਉਹਨਾਂ ਦੀ ਰਿਕਮੈਂਡੇਸ਼ਨ ਦੇ ਮੁਤਾਬਕ ਬਣਾਉਣ। ਵੈਸੇ ਜਿਹੜੇ ਜ਼ਰੀ ਜ਼ਮੀਨ ਵਾਸਤੇ ਬਿਹਤਰੀਨ ਐਗਰੀਕਲਚਰ ਪਰਪਸ ਵਾਸਤੇ ਉੱਥੇ ਫਿਸ਼ ਫਾਰਮ ਨਹੀਂ ਬਣਾਉਣਾ। ਸਾਡੇ ਮੁਲਕ ਦੇ ਵਿੱਚ ਬਲਕਿ ਪੰਜਾਬ ਸੂਬੇ ਦੇ ਵਿੱਚ ਕਾਫੀ ਬੰਜਰ ਜ਼ਮੀਨਾਂ ਮੌਜੂਦ ਨੇ ਔਰ ਬੇਕਾਰ ਪਈਆਂ ਹੋਈਆਂ ਨੇ, ਜਿੰਦੀ ਵਜ੍ਹਾ ਤੋਂ ਸਾਡਾ ਜਿਹੜਾ ਨਾ ਆਵਾਮ ਦਾ ਵੀ ਨੁਕਸਾਨ ਹੋ ਰਿਹਾ, ਸਾਡਾ ਮੁਲਕੀ ਸਤਹ ਤੇ ਵੀ ਨੁਕਸਾਨ ਹੋ ਰਿਹਾ। ਇਸ ਵਾਸਤੇ ਪ੍ਰੋਗਰਾਮ ਜਿਹੜਾ ਟੀਵੀ ਤੇ ਅਸੀਂ ਕਰ ਰਹੇ ਹਾਂ, ਸਾਡਾ ਡਿਪਾਰਟਮੈਂਟ ਔਰ ਟੀਵੀ ਵਾਲੇ ਦੇ ਤਾਵਨ ਨਾਲ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ, ਸਿਰਫ ਲੋਕਾਂ ਨੂੰ ਇਹ ਦੱਸਣ ਵਾਸਤੇ ਕਿ ਉਹ ਜਿਹੜੀ ਬੰਜਰ ਜ਼ਮੀਨਾਂ ਸਾਡੀ ਪਈਆਂ ਨੇ ਉੱਥੇ ਫਾਰਮ ਬਣਾਇਆ ਜਾਵੇ। ਔਰ ਹੁਣ ਤੇ ਨਈ ਕਿਸਮ ਦੀ ਸਾਡੀ ਜਿਹੜੀ ਮਛਲੀ ਦੀ ਅਕਸਾਮ ਨੇ ਉਹ ਮੁਤਾਰਫ ਹੋ ਗਈਆਂ ਨੇ। ਕੋਈ ਐਸੀ ਜ਼ਮੀਨ ਨਹੀਂ, ਕੋਈ ਐਸਾ ਪਾਣੀ ਨਹੀਂ ਜਿੱਥੇ ਮਛਲੀ ਨਾ ਪਾਲੀ ਜਾ ਸਕੇ, ਸਿਰਫ ਉੱਥੇ ਉਹਦੀ ਕਿਸਮਾਂ ਬਦਲੀਆਂ ਜਾਣਗੀਆਂ ਕਿ ਕਿਸੇ ਜਗ੍ਹਾ ਤੇ ਕੈਟਫਿਸ਼ ਬਹੁਤ ਅੱਛੀ ਪਲਦੀ, ਕਿਸੇ ਜਗ੍ਹਾ ਤੇ ਗਿਫਟ ਤਲਾਪੀਆ ਦਾ ਰਿਜ਼ਲਟ ਬਹੁਤ ਅੱਛਾ ਆਉਂਦਾ, ਕਿਸੇ ਜਗ੍ਹਾ ਤੇ ਮੇਜਰ ਕਾਰਪ ਦਾ ਬਹੁਤ ਅੱਛਾ ਰਿਜ਼ਲਟ ਆਉਂਦਾ। ਲਿਹਾਜ਼ਾ ਜਦੋਂ ਅਸੀਂ ਬੰਜਰ ਜ਼ਮੀਨਾਂ ਤੇ ਫਿਸ਼ ਫਾਰਮਿੰਗ ਕਰਾਂਗੇ, ਉਹਦੇ ਨਾਲ ਸਾਡਾ ਇੱਕ ਜ਼ਰੇ ਮੁਬਾਦਲੇ ਦੇ ਵਿੱਚ ਇਜ਼ਾਫਾ ਹੋਵੇਗਾ, ਬੇਰੁਜ਼ਗਾਰੀ ਖਤਮ ਹੋਵੇਗੀ। ਔਰ ਜਿਹੜੀ ਮਾਲ ਨਿਊਟ੍ਰੀਸ਼ਨ ਦਾ ਇੱਕ ਸਿਲਸਿਲਾ ਚੱਲਦਾ ਪਿਆ, ਖੁਰਾਕ ਦੀ ਕਮੀ ਹੈ, ਬੱਚਿਆਂ ਦੀ, ਵੱਡਿਆਂ ਦੀ, ਔਰਤਾਂ ਦੀ ਸਿਹਤ ਕਮਜ਼ੋਰ ਹੋ ਰਹੀ ਹੈ, ਇਹ ਜਦੋਂ ਪ੍ਰੋਟੀਨ ਵਾਲੀ ਖੁਰਾਕ ਇਸਤੇਮਾਲ ਕਰਨਗੇ ਤੇ ਇਹਨਾਂ ਦੀ ਸਿਹਤ ਵੀ ਬੜੀ ਤੰਦਰੁਸਤ ਹੋ ਜਾਏਗੀ ਔਰ ਸਾਡੇ ਮੁਲਕ ਦੀ ਤਰੱਕੀ ਦੇ ਵਿੱਚ ਵੀ ਸਾਡਾ ਫਿਸ਼ ਫਾਰਮਿੰਗ ਜਿਹੜਾ ਨਾ ਬਹੁਤ ਜ਼ਿਆਦਾ ਹਿੱਸਾ ਪੈ ਜਾਏਗਾ। ਗੁਲਾਮ ਕਾਦਰ ਸਾਹਿਬ, ਤੁਸੀਂ ਮਾਸ਼ਾਅੱਲਾ ਅਸਿਸਟੈਂਟ ਡਾਇਰੈਕਟਰ ਫਿਸ਼ਰੀ ਹੋ ਔਰ ਪਬਲਿਸਿਟੀ ਦੇ ਸ਼ੋਬੇ ਨੂੰ ਡੀਲ ਕਰ ਰਹੇ ਹੋ। ਇਹ ਇੱਕ ਨਵੀਂ ਟਰਮ ਸੁਣਨੇ ਪਏ ਆ, ਕੇਜ ਫਿਸ਼ਿੰਗ, ਇਹ ਕੀ ਚੀਜ਼ ਹੁੰਦੀ ਹੈ ਔਰ ਇਹਦਾ ਫਿਸ਼ਰੀ ਡਿਪਾर्टमेंट या फिशरी के शोबे ਨੂੰ ਕੀ ਫਾਇਦਾ ਹੋਏਗਾ? केज फिशिंग एक ऐसी जदीद टेक्निक है जिससे आप 5 एकड़ की पैदावार एक मरले से हासिल कर सकते हैं। एक ऐसी इनकलाबी टेक्निक है जिसमें आप किसी भी कुदरती पानी में जिसकी गहराई 20 फुट हो, कोई दरिया हो सकता है, कोई झील हो सकती है, कोई समाल डैम, मिनी डैम हो सकता है, उसमें आप जाल लटका देते हैं 1.5 मरले के। उसमें आप 5 एकड़ की स्टॉकिंग कर देते हैं और 5 एकड़ की पैदावार 1.5 मरले से आप उससे लेते हैं। और खुश आइंद बात यह है, मैं नाज़रीन को बताऊं कि हुकूमत पंजाब इस पे सब्सिडी दे रही है। हुकूमत ने इसके लिए प्रोजेक्ट के लिए अच्छी खासी रकम मुख्तस की है, जिससे 80% महकमा फ़िशरीज़ मुहैया करेगा, 20% फ़िश फार्मर। इस टेक्निक के ज़रिए पूरे पंजाब में जो ऐसी जगह हैं जहाँ पे केज फ़िशिंग मुमकिन है, वहाँ पे हम ये सब्सिडी दे रहे हैं और हमने इसका अनाउंस किया हुआ है। 20 जनवरी तक फ़िश फार्मर हजरात जो हैं वो ट्रेनिंग दे सकते हैं। और इसके लिए ये एक दिलचस्प बात ये है कि ऐसे फ़िश फार्मर जो फ़िश फार्मिंग नहीं कर रहे और अब करना चाह रहे हैं, वो भी एलिजिबल हैं, बशर्ते कि वो 1 महीने की महकमे से ट्रेनिंग ले लें। महकमे की टीमें हर डिस्ट्रिक्ट से एप्लीकेशन दरख्वास्तें वसूल कर रही हैं, प्रोसेस किया जाएगा। 5000 केजेस पूरे पंजाब में लगाए जाने हैं और अगर दरख्वास्तें बढ़ जाती हैं तो फिर हम ओपन कुरानंदाजी के ज़रिए, ड्रा के ज़रिए इसका फ़ैसला किया जाएगा। ना सिर्फ फ़िश फार्मर को केज फार्मिंग की तरफ सब्सिडी दी जा रही है, बल्कि माहिरीन की टीमें मुसलसल उनके साथ रहेंगी और उनकी रहनुमाई करती रहेंगी। बच्चा मछली की फराहमी में भी, फ़िश की बेटर मैनेजमेंट के लिए भी और उसकी मार्केटिंग तक के लिए महकमा फ़िशरीज़ फ़िश फार्मर के साथ है इस इनकलाबी प्रोग्राम में। ਚੌਧਰੀ ਹਕਨਵਾਜ ਸਾਹਿਬ, ਤੁਸੀਂ ਮੈਨੇਜਰ ਹੋ ਇਸ ਫਾਰਮ ਦੇ, ਤੇ ਅਸੀਂ ਪਿੱਛੇ ਦੇਖ ਰਹੇ ਹਾਂ ਕਿ ਇਹ ਜਾਲ ਮਾਰ ਰਹੇ ਨੇ, ਤੇ ਇਹ ਜਾਲ ਕਿਹੜੇ ਵੇਲੇ ਤੁਸੀਂ ਜਾਲ ਮਾਰਦੇ ਹੋ? ਤੁਹਾਨੂੰ ਕਿਸ ਤਰ੍ਹਾਂ ਪਤਾ ਚੱਲ ਜਾਂਦਾ ਹੈ ਕਿ ਮਛਲੀ ਦਾ ਜਿਹੜਾ ਵਜ਼ਨ ਹੈ ਐਵਰੇਜ ਉਹ ਵੇਚਣ ਦੇ ਕਾਬਿਲ हो चुका है? ये इस तरह है ना कि अब हम ये जाल लगा रहे हैं, जब हम
बच्चा को इसको फार्म के अंदर डालते हैं तो उसके बाद पर 15 दिन बाद महीने बाद हम इसकी चेकिंग करते हैं और उसको फिर कापी पे लिखते हैं कि हमारा कितना वेट हो गया और फिर वेट के हिसाब से ही हम इसे खुराक डालते हैं। अब ये आपके सामने जाल लगा हुआ है, इस तरह ही हम इसको 15 दिन बाद इस जाल को लगा के और इसका वेट करते हैं। ये बंदे आपके सामने जो फार्म में मछली को पकड़ रहे हैं, ये डेली इनको हम मछली खिलाते हैं। अगर हम इनको मछली ना खिलाएं तो ये बीमार हो जाते हैं। और उसके साथ ये इसकी हमारा डेली का यही काम है, हम सुबह 9 बजे जाल लगाते हैं इसके अंदर और मछली को निकालते हैं, फिर उसका वेट करके इसको मार्केट के अंदर भेज देते हैं। ਇਰਫਾਨ ਸਾਹਿਬ ਇਹ ਫਰਮਾਓ ਕਿ ਕੁਝ ਤੇ ਸਾਡੀ ਮਛਲੀਆਂ ਦੀ ਬਰੀਡ ਜਿਹੜੀ ਲੋਕਲ ਹੈ ਤੇ ਕੁਝ ਇੰਪੋਰਟਡ ਮਛਲੀਆਂ ਵੀ ਹੁੰਦੀਆਂ ਬਾਹਰੋਂ, ਜਿਸ ਤਰ੍ਹਾਂ ਕੈਟਫਿਸ਼ ਹੈ, ਤੇ ਕਿਆ ਉਹਦੀ ਵੀ ਫਾਰਮਿੰਗ ਹੋ ਸਕਦੀ ਹੈ, ਉਹ ਵੀ ਇੱਥੇ ਪਾਲੀ ਜਾ ਸਕਦੀਆਂ ਨੇ? ये फार्मों में जो है ना हर तरह की मछली पाली जा सकती है। इसमें फार्मों में जो मछली यहाँ पे पालते हैं हम, ये फिलहाल जो है रोहू, थैला वगैरह, ग्रास वगैरह इस तरह की पाल रहे हैं। ਨਾਜ਼ਰੀਨ, ਜਿਸ ਤਰ੍ਹਾਂ ਤੁਸੀਂ ਦੇਖਿਆ ਕਿ ਮਛਲੀ ਦੇ ਮਾਹਿਰੀਨ ਨੇ ਸਾਨੂੰ ਦੱਸਿਆ ਹੈ ਕਿ ਮਛਲੀ ਫਾਰਮਿੰਗ ਇੱਕ ਮੁਨਾਫਾ ਬਖਸ਼ ਕਾਰੋਬਾਰ ਹੈ ਔਰ ਪ੍ਰੋਟੀਨ ਦਾ ਇਹ ਇੱਕ ਸਸਤਾ ਜ਼ਰੀਆ ਹੈ। ਸਾਨੂੰ ਚਾਹੀਦਾ ਹੈ ਕਿ ਜਿੱਥੇ ਵੀ ਆਪਣਾ ਕੋਈ ਡੂੰਘੀ ਜ਼ਮੀਨ ਮਿਲੇ, ਯਾਨੀ ਕਾਸ਼ਤਕਾਰੀ ਵਾਲੀ ਨਾ ਹੋਵੇ, ਤੇ ਉੱਥੇ ਅਸੀਂ ਫਿਸ਼ ਫਾਰਮ ਜ਼ਰੂਰ ਬਣਾਈਏ। ਇਹ ਤੁਸੀਂ ਦਾएं ਬਾएं ਸਾਰਾ ਦੇਖ ਰਹੇ ਹੋ, ਬੰਜਰ ਜ਼ਮੀਨ ਹੈ, ਇੱਥੇ ਵੱਡੇ ਵੱਡੇ ਫਾਰਮ ਨੇ ਔਰ ਕਈ ਹਜ਼ਾਰ ਮਣ ਜਿਹੜੀ ਹੈ ਮਛਲੀ ਪੈਦਾ ਕੀਤੀ ਜਾ ਰਹੀ ਹੈ ਤੇ ਇੱਕ ਸਸਤਾ ਤਰੀਨ ਜ਼ਰੀਆ ਔਰ ਸਸਤੀ ਮੱਛੀ ਹੈ। ਤੇ ਮਛਲੀ ਮਾਹਿਰੀਨ ਦੱਸ ਰਹੇ ਨੇ ਕਿ ਸਾਰਾ ਸਾਲ ਖਾਣੀ ਚਾਹੀਦੀ ਹੈ। ਇਹ ਕੋਈ ਗਰਮੀ ਸਰਦੀ ਦਾ ਤੇ ਚੱਕਰ ਨਹੀਂ ਹੈ ਕਿ ਗਰਮ ਹੁੰਦੀ ਹੈ, ਠੰਡੀ ਹੁੰਦੀ ਹੈ। ਇਹ ਅਸੀਂ ਸਾਰਾ ਸਾਲ ਖਾ ਸਕਨੇ ਆ। ਇਹ ਸਾਨੂੰ ਐਸੀ ਤਵਾਨਾਈ ਬਚਾ ਰਹੀ ਹੈ ਜਿਹੜੀ ਸਾਡੇ ਜਿਸਮ ਵਾਸਤੇ ਬਹੁਤ ਹੀ ਬਿਹਤਰੀਨ ਹੈ, ਕੋਲੇਸਟ੍ਰੋਲ ਤੋਂ ਪਾਕ। ਔਰ ਇਸ ਤੋਂ ਇਲਾਵਾ ਦਿਲ ਦੇ ਮਰੀਜ਼ਾਂ ਵਾਸਤੇ ਮਛਲੀ ਦਾ ਗੋਸ਼ਤ ਜਿਹੜਾ ਹੈ ਇਹ ਬਿਹਤਰੀਨ ਹੈ। ਤੇ ਆਓ ਅੱਜ ਅਸੀਂ ਸਾਰੇ ਮਿਲ ਕੇ ਅਹਿਦ ਕਰਨੇ ਆ ਕਿ ਜਿਸ ਤਰ੍ਹਾਂ ਹਕੂਮਤ ਸਾਨੂੰ ਇਹ ਸਹੂਲਤਾਂ ਦੇ ਰਹੀ ਹੈ, ਅਸੀਂ ਉਹ ਸਹੂਲਤਾਂ ਦਾ ਫਾਇਦਾ ਉਠਾਈਏ, ਜ਼ਿਆਦਾ ਤੋਂ ਜ਼ਿਆਦਾ ਮੱਛੀ ਫਾਰਮ ਬਣਾਈਏ ਤਾਂ ਕਿ ਲੋਕਾਂ ਨੂੰ ਮਛਲੀ ਜਿਹੜੀ ਹੈ ਸਸਤੀ ਔਰ ਸਾਫ਼ ਸੁਥਰੀ ਮੁਹੱਈਆ ਹੋ ਸਕੇ। ਇਹਦੇ ਨਾਲ ਹੀ ਸਾਡੇ ਅੱਜ ਦੇ ਪ੍ਰੋਗਰਾਮ ਦਾ ਵੇਲਾ ਮੁੱਕਦਾ ਹੈ। ਇਜਾਜ਼ਤ ਦਿਓ, ਅੱਲਾ ਬੇਲੀ।